बाणी गुरु ग्रंथ साहिब जी महाराज वडहंस की वार महला चौथा श्लोक महला तीजा। सत गुर नो सब को वेखदा जेता जगत संसार सत गुर नो सब को वेखदा जेता जगत संसार डिठे मुक्त ना होवई जिचर शब्द ना करे विचार। चौथे पातशाह ਜ਼ਰੂਰ बहुत ही ਧਿਆਨ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਸਾਰੀ ਦੁਨੀਆ ਹੀ ਕਿਤੇ ਨਾ ਕਿਤੇ ਸਿਰ ਝੁਕਾਉਂਦੀ ਹੈ। ਹਰ ਕੋਈ ਕਹਿੰਦਾ ਹੈ ਕਿ ਮੈਂ ਗੁਰੂ ਨੂੰ ਮੰਨ ਰਿਹਾ, ਮੈਂ ਸਤਿਗੁਰਾਂ ਦੇ ਪਾਸ ਜਾਂਦਾ ਹਾਂ, ਔਰ ਇਹੋ ਹੀ ਮਨ ਦੇ ਵਿੱਚ ਲੈ ਕੇ ਤੇ ਉਹ ਆਪਣੇ ਜੋ ਵੀ ਬਾਕੀ ਕਰਮ ਜਿਸ ਤਰ੍ਹਾਂ ਕਰੀ ਜਾਂਦਾ ਹੈ, ਉਹ ਸੋਚਦਾ ਹੈ ਕਿ ਬਈ ਮੈਂ ਤਾਂ ਗੁਰੂ ਵਾਲਾ ਹੈ ਤੇ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਆਉਣਾ ਚਾਹੀਦਾ, ਜਾਂ ਮੇਰੇ ਤਾਂ ਸਾਰੇ ਕੰਮ ਹੀ ਜਿਹੜੇ ਸਤਿਗੁਰ ਕਰਦੇ ਨੇ ਕਰਨਾ ਉਹਨਾਂ ਨੇ ਕਰਨੇ ਨੇ। ਔਰ ਕਈ ਵਾਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਲਾਮੇ ਉਲਾਮੇ ਜਿਹੜੇ ਅਸੀਂ ਰੱਖ ਲੈਂਦੇ ਹਾਂ, ਕਿਉਂਕਿ ਜਦੋਂ ਸਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਉਸ ਚੀਜ਼ ਦੀ ਤੇ ਸਾਡਾ ਜੀਵਨ ਜਿਹੜਾ ਆ ਉਸੇ ਹੀ ਅੰਧਕਾਰ ਦੇ ਵਿੱਚ ਹੀ ਨਿਕਲਦਾ ਜਾਂਦਾ ਹੈ। ਕਈ ਵਾਰ ਬਹੁਤ ਸੰਗਤ ਇਸ ਚੀਜ਼ ਦੇ ਨਾਲ ਚੱਲੀ ਜਾਂਦੀ ਹੈ ਕਿ ਬਸ ਅਸੀਂ ਸਤਿਗੁਰਾਂ ਦੇ ਦਰਬਾਰ ਜਾਂਦੇ ਹਾਂ, ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਕਿਸੇ ਮੰਦਿਰ 'ਚ ਜਾਂਦੇ ਹਾਂ ਤੇ ਬਸ ਅਸੀਂ ਜਾਂਦੇ ਹਾਂ ਤੇ ਬਈ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ, ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਮਾਨਸਿਕ ਤੌਰ 'ਤੇ ਕਿ ਜਾਂ ਬਾਹਰਲੇ ਸੰਸਾਰਿਕ ਤੌਰ ਦੇ ਉੱਤੇ ਕੋਈ ਵੀ ਗੱਲ ਆਉਂਦੀ ਹੈ ਤੇ ਉਹ ਬਸ ਕਹਿੰਦੇ ਨੇ ਹੁਣ ਅਸੀਂ ਹੋਰ ਕੋਈ ਜਗ੍ਹਾ ਦੇਖਾਂਗੇ, ਅਸੀਂ ਇੰਨੀ ਦੇਰ ਦਾ ਆ ਰਹੇ ਹਾਂ, ਇੰਨੀ ਦੇਰ ਦੇ ਅਸੀਂ ਮੱਥਾ ਟੇਕਦੇ ਹਾਂ, ਇੰਨੀ ਵਾਰ ਅਸੀਂ ਸੇਵਾ 'ਚ ਜਾਂਦੇ ਹਾਂ, ਸਾਨੂੰ ਸਾਡਾ ਕੰਮ ਕਿਉਂ ਰੁਕੇ। ਸਤਿਗੁਰੂ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਕਿਹੜੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਅਸੀਂ ਅੱਗੇ ਨਹੀਂ ਵੱਧ ਪਾਉਂਦੇ, ਕਿਉਂ ਨਹੀਂ ਸਾਡੇ ਮਨ ਨੂੰ ਸ਼ਾਂਤੀ ਆਉਂਦੀ, ਕਿਉਂ ਸਾਡਾ ਜਿਹੜਾ ਉਹ ਅੰਧਕਾਰ ਜਿਹੜਾ ਨਹੀਂ ਮਿਟਦਾ। ਫਰਮਾਇਆ ਕਿ ਸਤਿਗੁਰੂ ਨੂੰ ਸਭ ਕੋਈ ਵੇਖਦਾ ਜੇਤਾ ਜਗਤ ਸੰਸਾਰ, ਕਹਿੰਦੇ ਉਹਦੇ ਵਿੱਚ ਕੋਈ ਵੀ ਅਸੀਂ ਕੋਈ ਖਾਸ ਨਹੀਂ ਹੈ, ਪੂਰੇ ਜਗਤ ਦੀ ਪੂਰੇ ਸੰਸਾਰ ਦੀ ਗੱਲ ਕੀਤੀ ਹੈ ਕਿ ਕੋਈ ਨਾ ਹਰ ਕੋਈ ਕਿਤੇ ਨਾ ਕਿਤੇ ਤਾਂ ਕੋਈ ਸਿਰ ਝੁਕਾਈ ਰਿਹਾ ਹੈ, ਜਿੱਥੇ ਵੀ ਜਾ ਰਿਹਾ ਹੈ ਉਹਨੂੰ ਮੰਨ ਕੇ ਭਗਵਾਨ ਦਾ ਰੂਪ ਮੰਨ ਕੇ ਉਹਦੇ ਅੱਗੇ ਸਿਰ ਝੁਕਾ ਰਿਹਾ ਹੈ ਜਾਂ ਉਹਦੇ ਦਰਸ਼ਨ ਕਰਕੇ ਜਾ ਰਿਹਾ ਹੈ। ਜਿਸ ਤਰ੍ਹਾਂ ਅਸੀਂ ਘਰਾਂ ਦੇ ਵਿੱਚੋਂ ਨਿਕਲਦੇ ਹਾਂ ਤੇ ਅਸੀਂ ਸਤਿਗੁਰਾਂ ਦੇ ਕੋਈ ਸਰੂਪ ਜਾਂ ਜਿੱਥੇ ਵੀ ਅਸੀਂ ਕੋਈ ਮੰਦਿਰ ਬਣਾਇਆ ਹੁੰਦਾ ਹੈ ਉੱਥੇ ਅਸੀਂ ਮੱਥਾ ਟੇਕ ਕੇ ਤੇ ਅਸੀਂ ਨਿਕਲ ਜਾਂਦੇ ਹਾਂ। ਅਸੀਂ ਸਿਰਫ ਇੰਨਾ ਹੀ ਟੇਕ ਕੇ ਜੇ ਅਸੀਂ ਮੱਥਾ ਟੇਕ ਕੇ ਜਾਂਦੇ ਹਾਂ। ਕਈ ਵਾਰੀ ਬਹੁਤ ਬੱਚੇ ਇਹ ਗੱਲ ਕਰਦੇ ਨੇ ਕਿ ਅਸੀਂ ਤੇ ਜੀ ਕਿਤੇ ਵੀ ਜਾਂਦੇ ਹਾਂ ਤੇ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਮੱਥਾ ਟੇਕ ਕੇ ਜਾਂਦੇ ਹਾਂ। ਮੈਂ ਉਹਨੂੰ ਕਈ ਵਾਰੀ ਦੱਸਿਆ ਹੈ ਕਿ ਇਕੱਲਾ ਮੱਥਾ ਟੇਕ ਲੈਣਾ ਜਾਂ ਇਕੱਲਾ ਸਿਰ ਝੁਕਾ ਲੈਣਾ ਹੀ ਪ੍ਰਾਪਤ ਨਹੀਂ ਹੈ। ਉਹਦੇ ਪਿੱਛੇ ਕੀ ਰੀਜ਼ਨ ਹੈ ਉਹਨੂੰ ਅਸੀਂ ਦੇਖੀਏ।
ਕਿ ਜਿਸ ਤਰ੍ਹਾਂ ਅਸੀਂ ਸੰਸਾਰੀ ਤੌਰ ਤੇ ਅਸੀਂ ਖੁਸ਼ ਹੁੰਦੇ ਹਾਂ ਕਿ ਸਾਨੂੰ ਕੋਈ ਸਲਾਮ ਕਰੇ ਤਾਂ ਅਸੀਂ ਬੜੇ ਉੱਚੇ ਹੋਏ ਨੇ, ਇਸ ਤਰ੍ਹਾਂ ਸਤਿਗੁਰੂ ਵੀ ਕੋਈ ਉਹਨਾਂ ਦੇ ਮਨ ਦੇ ਵਿੱਚ ਐਸਾ ਭਾਵ ਹੈ ਕਿ ਹਮੇਸ਼ਾ ਹੀ ਸਾਨੂੰ ਸਿਰ ਝੁਕਾਉਣ। ਨਹੀਂ, ਉਹਨਾਂ ਦਾ ਇਹ ਨਹੀਂ। ਉਹ ਸਿਰਫ ਇਹ ਹੈ ਕਿ ਜਦੋਂ ਅਸੀਂ ਸਿਰ ਝੁਕਾਉਂਦੇ ਹਾਂ ਸਾਨੂੰ ਇੱਕ ਯਾਦ ਬਣਦੀ ਹੈ, ਸਾਨੂੰ ਯਾਦ ਆਉਣੀ ਚਾਹੀਦੀ ਹੈ ਕਿ ਅਸੀਂ ਇਸ ਸਤਿਗੁਰੂ ਦੇ ਬੱਚੇ ਹਾਂ ਤੇ ਬਈ ਉਹਨਾਂ ਦਾ ਕੀ ਸੰਦੇਸ਼ ਹੈ। ਉਹਦੇ ਨਾਲ ਹੀ ਜਿਹੜੀ ਤਾਰ ਜੁੜੀ ਹੈ ਉਹ ਸਾਨੂੰ ਕਰੰਟ ਪਹੁੰਚਾਵੇ ਕਿ ਕੀ ਉਹਨਾਂ ਦੇ ਵਚਨ ਨੇ, ਕਿਸ ਤਰ੍ਹਾਂ ਅਸੀਂ ਚੱਲਣਾ ਹੈ, ਅੱਜ ਦਾ ਜਿਹੜਾ ਦਿਨ ਹੈ, ਅੱਜ ਦਾ ਜਿਹੜਾ ਸਮਾਂ ਹੈ, ਇਹ ਅਸੀਂ ਕਿਸ ਤਰ੍ਹਾਂ ਕੱਢਣਾ ਹੈ, ਸਿਰਫ ਇੱਕ ਯਾਦ ਵਾਸਤੇ। ਕਿਉਂਕਿ ਥੋੜ੍ਹੇ ਦਿਨ ਪਹਿਲਾਂ ਮੈਂ ਗੁਰੂ ਮੇਰੇ ਸੇਵਾਦਾਰ ਬੈਠੇ ਸੀ, ਆਪਾਂ ਗੱਲ ਕਰ ਰਹੇ ਸਾਂ ਕਿ ਇਹ ਭੁੱਲਣਾ ਦਾ ਦੇਸ਼ ਹੈ, ਬੰਦਾ ਭੁੱਲ ਜਾਂਦਾ ਹੈ, ਬਾਰ-ਬਾਰ ਭੁੱਲਦਾ, ਇਸ ਕਰਕੇ ਉਹ ਯਾਦ ਕਰਾਉਣ ਵਾਸਤੇ ਕੋਈ ਨਾ ਕੋਈ ਸਾਧਨ ਜਿਹੜੇ ਨੇ ਰੱਖੇ ਨੇ। ਕਈਆਂ ਨੇ ਘਰਾਂ ਦੇ ਵਿੱਚ ਲਗਾਏ ਨੇ, ਕਈਆਂ ਨੇ ਗੱਡੀਆਂ ਦੇ ਵਿੱਚ ਸਰੂਪ ਲਗਾਏ ਨੇ, ਕਿਸੇ ਨੇ ਗਲ ਦੇ ਵਿੱਚ ਉਹ ਲੋਕਟ ਪਾਏ ਨੇ। ਉਹਦਾ ਮਤਲਬ ਕੀ ਹੈ? ਸਤਿਗੁਰਾਂ ਦਾ ਮਤ ਨਹੀਂ ਹੈ ਕਿ ਕੋਈ ਬਾਹਰੋਂ ਜਿਸ ਤਰ੍ਹਾਂ ਲੋਕੀ ਤਵੀਜ਼ ਪਾ ਦਿੰਦੇ ਨੇ, ਕੋਈ ਇਸ ਤਰ੍ਹਾਂ ਦੀਆਂ ਕਰਦੇ ਨੇ ਤੇ ਇਹ ਕੋਈ ਇਸ ਤਰ੍ਹਾਂ ਦਾ ਹੋ ਗਿਆ। ਨਹੀਂ, ਇੱਕ ਸਿਰਫ ਇੰਨਾ ਕਿ ਸਾਨੂੰ ਯਾਦ ਰਵੇ ਕਿ ਅਸੀਂ ਗੁਰੂ ਵਾਲੇ, ਔਰ ਉਹਨਾਂ ਦਾ ਇਕੱਲਾ ਇਹ ਵੀ ਨਹੀਂ ਕਿ ਗੁਰੂ ਵਾਲੇ ਦਾ ਮਤਲਬ ਗੁਰੂ, ਜਿਸ ਤਰ੍ਹਾਂ ਇੱਕ ਲੜਕੀ ਹੁੰਦੀ ਹੈ ਜਦੋਂ ਵਿਆਹੀ ਜਾਂਦੀ ਹੈ ਉਹਦੇ ਨਾਲ ਕੋਈ ਚਿੰਨ੍ਹ ਜਿਹੜੇ ਨੇ ਹੁੰਦੇ ਨੇ, ਕੋਈ ਮੰਗਲ ਸੂਤਰ, ਕੋਈ ਬਿੰਦੀ, ਕੋਈ ਸੁਰਖੀ, ਜੋ ਵੀ ਲੱਗੀ ਉਹਨੂੰ ਪਤਾ ਚੱਲ ਕਿ ਮੈਂ ਇੱਕ ਖਸਮ ਵਾਲੀ। ਫਿਰ ਉਹ ਬਾਹਰ ਜਾ ਕੇ ਹਰ ਜਿਸ ਤਰ੍ਹਾਂ ਕਹਿੰਦੇ ਗੁਰੂ ਨੇ ਫਰਮਾਇਆ ਸੀ ਕਿ ਪਹੁੰਚੇ ਚੁੱਕ ਚੁੱਕ ਕੇ ਤੁਰਦੀ ਹੈ ਕਿ ਕੋਈ ਕਿਸੇ ਤਰ੍ਹਾਂ ਦਾ ਦਾਗ ਨਾ ਲੱਗ ਜਾਏ। ਹਰ ਥਾਂ ਦੇ ਉੱਤੇ ਉਹ ਆਪਣੇ ਪਤੀ ਦਾ ਡਰ ਰੱਖਦੀ ਹੈ ਕਿ ਬਈ ਹਰ ਵੇਲੇ ਕਿ ਮੇਰੇ ਕਿਸੇ ਵੀ ਕੋਈ ਮੇਰੇ ਕੋਲ ਐਸੀ ਗਲਤੀ ਨਾ ਹੋਵੇ, ਕੋਈ ਐਸਾ ਮੇਰੇ ਕੋਲ ਕੋਈ ਨਾ ਕੰਮ ਹੋ ਜਾਵੇ ਜਿਹਦੇ ਕਰਕੇ ਮੇਰਾ ਪਤੀ ਮੇਰੇ ਤੋਂ ਰੁੱਸ ਜਾਵੇ। ਉਹ ਸਿਰਫ ਉਹਦੇ ਕਰਕੇ ਉਹ ਜਿਹੜੇ ਚਿੰਨ੍ਹ ਜਿਹੜੇ ਨੇ, ਜੇ ਉਹਨੇ ਮੰਗਲ ਸੂਤਰ ਉਤਾਰਿਆ ਤਾਂ ਇਹ ਥੋੜਾ ਕਿ ਉਹ ਕੋਈ ਪਤਨੀ ਨਹੀਂ ਹੈ, ਉਹ ਤਾਂ ਸਿਰਫ ਉਹਦੀ ਯਾਦ ਵਾਸਤੇ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਦਸਮ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਤੇ ਉਹਨਾਂ ਨੇ ਕੁਝ ਜਿਹੜੇ ਕਕਾਰਾਂ ਦੀ ਮਰਿਆਦਾ ਜਿਹੜੀ ਦੱਸੀ, ਸਿਰਫ ਇੱਕ ਹੀ ਯਾਦ ਵਾਸਤੇ। ਜੇ ਅਸੀਂ ਉਹ ਧਾਰਨ ਕਰਕੇ ਵੀ ਉਹੀ ਕੰਮ ਕਰੀ ਜਾਂਦੇ ਹਾਂ ਜੋ ਆਮ ਸੰਸਾਰੀ ਕੰਮ ਕਰਦੇ ਨੇ, ਉਹੀ ਕੰਮ ਸਾਰੇ ਅਸੀਂ ਕਰੀ ਜਾਂਦੇ ਹਾਂ, ਤੇ ਫਿਰ ਸਾਡੇ ਵਿੱਚ ਤੇ ਉਹਨਾਂ ਦੇ ਵਿੱਚ ਕਾਹਦਾ ਫਰਕ ਹੋਇਆ? ਫਿਰ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਵਾਲੇ? ਬਾਕੀ ਦੁਨੀਆ ਤੇ ਇਸ ਤਰ੍ਹਾਂ, ਜਾਂ ਉਹ ਅਸੀਂ ਤਾਂ ਇਹਨੂੰ ਮੰਨਦੇ ਹਾਂ, ਉਹ ਕਿਹਨੂੰ ਮੰਨਦੇ ਨਹੀਂ। ਇਸ ਕਰਕੇ ਮੈਂ ਫਰਮਾਇਆ ਕਿ ਸਤਿਗੁਰ ਨੂੰ ਸਭ ਕੋਈ ਵੇਖਦਾ, ਜੇਤਾ ਜਗਤ ਸੰਸਾਰ ਅਗਿਆ ਕਿ ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਹੁਣ ਸਾਫ਼ ਹੀ ਫਰਮਾ ਦਿੱਤਾ, ਠੀਕ ਹੈ। ਕਈ ਜਗ੍ਹਾ ਤੋਂ ਉਹਨੇ ਫਰਮਾਇਆ ਕਿ ਸਤਿਗੁਰਾਂ ਦੇ ਦਰਸ਼ਨ ਜਿਹੜੇ ਨੇ ਬਹੁਤ ਹੀ ਭਾਗਾਂ ਵਾਲਿਆਂ ਨੂੰ ਮਿਲਦੇ ਨੇ, ਉਹਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਮੈਲਾਂ ਲੱਗਦੀਆਂ, ਪਰ ਨਾਲ ਨਾਲ ਫਿਰ ਵੀ ਕਲੀਅਰ ਕਰਦੇ ਨੇ। ਉਹ ਅੱਗੇ ਸਾਰਾ ਦੱਸਣਗੇ ਕਿ ਕਿਹਨਾਂ ਦੀਆਂ ਉਹ ਹੁੰਦੀਆਂ, ਕਿਹਨਾਂ ਨੂੰ ਉਹ ਦਰਸ਼ਨ ਕਰਕੇ ਫਰਕ ਪੈਂਦਾ ਹੈ। ਹੁਣ ਅਸੀਂ ਦੇਖੀਏ ਪਿਛਲੇ ਇਤਿਹਾਸ ਦੇ ਵਿੱਚ ਕੋਈ ਵੀ ਸੰਤ ਮਹਾਤਮਾ ਦੀ ਲੈ ਲਈਏ ਕਿ ਉਹਨਾਂ ਨੂੰ ਚਾਹੁਣ ਵਾਲੇ ਵੀ ਉਹਨਾਂ ਦੇ ਬੜੇ ਸੀ, ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸੀ, ਉਹ ਵੀ ਉਹਨਾਂ ਨੂੰ ਦੇਖਦੇ ਸੀ, ਅੱਖਾਂ ਦੇ ਨਾਲ ਦਰਸ਼ਨ ਕਰਦੇ ਸੀ। ਇੱਕ ਜਿਨ੍ਹਾਂ ਨੇ ਉਹਨਾਂ ਨੂੰ ਕੋਈ ਦੁੱਖ ਦਿੱਤੇ ਤੇ ਉਹ ਵੀ ਤੇ ਇਹਨਾਂ ਅੱਖਾਂ ਨਾਲ ਉਹਨੂੰ ਦੇਖ ਹੀ ਰਹੇ ਸੀ, ਦਰਸ਼ਨ ਤੇ ਉਹਨਾਂ ਨੂੰ ਵੀ ਹੋ ਰਹੇ ਸੀ। ਕੋਈ ਇਹ ਥੋੜਾ ਸੀ ਕਿ ਉਹ ਅੱਖਾਂ ਬੰਦ ਕਰਕੇ ਉਹਨਾਂ ਨੂੰ ਕੋਈ ਦੁੱਖ ਦੇ ਰਹੇ ਸੀ, ਦਰਸ਼ਨ ਤੇ ਉਹਨਾਂ ਨੇ ਵੀ ਕੀਤੇ ਸੀ ਉਹਨਾਂ ਦੇ। ਫਿਰ ਕੀ ਫਰਕ ਕੀ ਹੋਇਆ ਕਿ ਉਹਨਾਂ ਦੇ ਮੈਲਾਂ ਕਿਉਂ ਨਹੀਂ ਦਿੱਤੀਆਂ ਜਿਹੜੀਆਂ? ਦਰਸ਼ਨ ਤੇ ਸਾਰੇ ਕਰਦੇ। ਹੁਣ ਜਿਸ ਤਰ੍ਹਾਂ ਅਸੀਂ ਸਤਿਗੁਰਾਂ ਦੇ ਦਰਬਾਰ ਆਉਂਦੇ ਹਾਂ ਤਾਂ ਅਸੀਂ ਕਈ ਵਾਰੀ ਕਹਿੰਦੇ ਅਸੀਂ ਨਾ ਦਰਸ਼ਨ ਕਰਨੇ। ਮੈਂ ਕਈ ਵਾਰੀ ਜਿਹੜੇ ਸੇਵਾਦਾਰ ਡਿਊਟੀਆਂ ਤੇ ਖੜੇ ਹੁੰਦੇ ਨੇ, ਜਦੋਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਕੋਈ ਸੇਵਾਦਾਰ ਕਹਿੰਦਾ ਹੈ ਕਿ ਗੁਰੂ ਨੂੰ ਪੁੱਛ ਕੇ ਆਓ ਜਾਂ ਮਹਾਰਾਜ ਨੂੰ ਪੁੱਛ ਕੇ ਅਸੀਂ ਦਰਸ਼ਨ ਕਰਨੇ ਆ, ਮੈਂ ਕਈ ਵਾਰੀ ਉਹਨਾਂ ਨੂੰ ਕਹਿਣਾ ਹੁੰਦਾ ਕਿ ਬੇਟੇ ਦਰਸ਼ਨ ਜਦੋਂ ਹੋ ਗਏ, ਇੱਕ ਵਾਰੀ ਵੀ ਹੋ ਗਏ ਤੇ ਬਈ ਇਹਦਾ ਕੰਮ ਹੋ ਜਾਣਾ ਸਾਰਾ। ਇਹ ਜਿਹੜੇ ਠੀਕ ਹੈ, ਲੋੜ ਹੈ, ਜ਼ਰੂਰਤ ਹੈ ਹਰ ਵੇਲੇ, ਪਰ ਜਿਹੜੇ ਦਰਸ਼ਨ ਕਰਕੇ ਉਹ ਜਿਹੜੀ ਸਾਡੀ ਆਪਣੀ ਹੋਸ਼ ਹੀ ਨਾ ਭੁੱਲੀ, ਸਾਨੂੰ ਦਰਸ਼ਨ ਕਰਕੇ ਆਪਣੀਆਂ ਜਿਹੜੀਆਂ ਚੀਜ਼ਾਂ ਸਾਨੂੰ ਯਾਦ ਰਹੀਆਂ, ਤੇ ਫਿਰ ਉਹ ਕਾਹਦੇ ਦਰਸ਼ਨ? ਅਸਲ ਦੇ ਵਿੱਚ ਮਨ ਦੇ ਵਿੱਚ ਕਈ ਖਾਹਿਸ਼ਾਂ ਹੁੰਦੀਆਂ ਨੇ, ਕਈ ਤਰ੍ਹਾਂ ਦੇ ਕਈ ਸਵਾਲ ਜੋ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਉਹ ਲੈ ਕੇ ਜਾਣਾ ਹੁੰਦਾ ਹੈ। ਨਾਮ ਇੱਕ ਕੀ ਰੱਖ ਲਿਆ ਅਸੀਂ ਦਰਸ਼ਨ ਦਾ। ਦੀਦਾਰ ਜਦੋਂ ਦੱਸੇ ਨੇ ਕਈ ਜਗ੍ਹਾ ਤੋਂ ਦੱਸਿਆ ਕਿ ਵੀ ਉਦੋਂ ਤੇ ਹੋਸ਼ ਹੀ ਨਹੀਂ ਰਹਿੰਦੀ ਉਸ ਚੀਜ਼ ਦੀ। ਸਜਦਾ ਅਸੀਂ ਕਰਦੇ, ਉਹਨਾਂ ਨੇ ਕਹਿੰਦੇ ਕਿ ਸਜਦੇ ਵਿੱਚ ਹੋਸ਼ ਰਹੇ, ਉਹ ਸਜਦਾ ਹੀ ਨਹੀਂ। ਲੇਕਿਨ
ਅਸੀਂ ਰੋਜ਼ ਦਰਸ਼ਨ ਕਰਦੇ ਹਾਂ, ਗੁੱਸੇ ਰਾਜੀ ਹੋ ਕੇ ਵੀ ਕਰਦੇ ਹਾਂ ਕਿ ਨਹੀਂ ਮੈਨੂੰ ਦਰਸ਼ਨ ਨਹੀਂ ਹੋਏ, ਅੱਜ ਨਹੀਂ ਦਰਸ਼ਨ ਹੋਏ, ਹੋਣੇ ਚਾਹੀਦੇ ਸੀ। ਪਰ ਇਹ ਨਹੀਂ ਕਦੇ ਵਿਚਾਰ ਕਰਦੇ ਕਿ ਕੀ ਹੋਇਆ ਦਰਸ਼ਨ ਨਹੀਂ ਹੋਏ, ਜਾਂ ਜਿਹੜੇ ਪਹਿਲਾਂ ਦਰਸ਼ਨ ਕੀਤੇ ਉਹ ਕਿੱਥੇ ਚਲੇ ਗਏ। ਜਦੋਂ ਅਸੀਂ ਵਿਚਾਰ ਕਰਾਂਗੇ ਫਿਰ ਉਹ ਗੱਲ ਬਣੇਗੀ, ਨਹੀਂ ਤੇ ਕੋਈ ਨਹੀਂ। ਇਸ ਕਰਕੇ ਫਰਮਾਇਆ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਅਸੀਂ ਸਤਿਗੁਰਾਂ ਦੇ ਬਚਨਾਂ ਦੀ ਵਿਚਾਰ ਨਹੀਂ ਕਰਾਂਗੇ ਉਦੋਂ ਤੱਕ ਨਹੀਂ ਗੱਲ ਬਣਨੀ ਕੋਈ। ਉਦੋਂ ਤੱਕ ਅਸੀਂ ਜਿੰਨੀ ਵਾਰ ਮਰਜ਼ੀ ਦਰਸ਼ਨ ਕਰਦੇ ਹਾਂ, ਸਾਨੂੰ ਆਪਣੇ ਅੰਦਰ ਹੀ ਉਹ ਜਿਹੜਾ ਭੁਲੇਖਾ ਹੈ ਕਿ ਅਸੀਂ ਦਰਸ਼ਨ ਕਰ ਰਹੇ ਹਾਂ, ਅਸੀਂ ਸੇਵਾ ਕਰਨ ਜਾ ਰਹੇ ਹਾਂ, ਅਸੀਂ ਮੱਥਾ ਟੇਕਣ ਜਾ ਰਹੇ ਹਾਂ। ਤੇ ਸਤਿਗੁਰਾਂ ਨੇ ਤੇ ਸਾਫ਼ ਹੀ ਦੱਸ ਦਿੱਤਾ, ਕਿਉਂਕਿ ਜੇ ਉਹ ਅੱਲਾ ਰੱਖਣਗੇ ਤੇ ਫਿਰ ਤੇ ਕਦੀ ਵੀ ਨਹੀਂ ਸਾਡੀਆਂ ਅੱਖਾਂ ਖੁੱਲ੍ਹ ਸਕਦੀਆਂ। ਗੁਰੂ ਮਹਾਰਾਜ ਨੇ ਇਸ ਤਰ੍ਹਾਂ ਵਚਨ ਫਰਮਾਏ ਸੀ ਕਿ ਬਈ ਕਦੀ ਮਿਲਣ ਵਾਸਤੇ ਵੀ ਆਇਆ ਕਰੋ, ਕਦੀ ਪਿਆਰ ਦੇ ਨਾਲ ਮਿਲਣ ਵਾਸਤੇ ਵੀ ਆਓ। ਅਸੀਂ ਸੋਚਦੇ ਹਾਂ ਅਸੀਂ ਤਾਂ ਮਿਲਣ ਹੀ ਆਉਂਦੇ ਹਾਂ ਹਰ ਵਾਰ, ਪਰ ਨਹੀਂ। ਜਿਸ ਤਰ੍ਹਾਂ ਗੁਰੂ ਨੇ ਫਰਮਾਇਆ ਤੇ ਬਈ ਉਹਦੇ 'ਚ ਕੋਈ ਸੱਚਾਈ ਹੈ, ਉਹਦੇ ਪਿੱਛੇ ਕਈ ਸੂਖਸ਼ਮ ਕਾਰਨ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਉਸ ਹਿਸਾਬ ਨਾਲ ਲਾਭ ਸਮਝ ਲੈਂਦੇ ਹਾਂ। ਉਸ ਨੂੰ ਅਸੀਂ ਸਮਝ ਲੈਂਦੇ ਅਸੀਂ ਦਰਸ਼ਨ ਕਰਨ ਚੱਲੇ ਹਾਂ, ਅਸੀਂ ਸਤਸੰਗ ਸੁਣਨ ਜਾ ਰਹੇ ਹਾਂ। ਕਈ ਵਾਰੀ ਹੁੰਦਾ ਸਤਸੰਗ ਦੇ ਵਿੱਚ ਅਸੀਂ ਜਦੋਂ ਘਰੋਂ ਆਉਂਦੇ ਹਾਂ ਅਸੀਂ ਕਹਿੰਦੇ ਸਤਸੰਗ ਸੁਣਨ ਜਾ ਰਹੇ ਹਾਂ, ਤੇ ਸਤਸੰਗ ਦੇ ਵਿੱਚ ਤੇ ਤੁਹਾਨੂੰ ਪਤਾ ਹੀ, ਮੈਂ ਕਈ ਵਾਰੀ ਕਹਿ ਕੇ ਕਹਿੰਦਾ ਕਿ ਬਈ ਬਾਹਰਲੇ ਕੰਮ ਛੱਡੋ, ਸਤਸੰਗ ਦੇ ਵਿੱਚ ਬੈਠੋ, ਆ ਕੇ ਸਤਸੰਗ ਦੇ ਵਿੱਚ ਐਕਟਿਵ ਹੋ ਕੇ ਬੈਠੋ, ਨਾ ਕੋਈ ਇੱਧਰ ਉੱਧਰ ਦਾ ਧਿਆਨ ਰੱਖੋ, ਇੱਧਰ ਉੱਧਰ ਨਾ ਦੇਖੋ। ਬਈ ਜਿਹਨੂੰ ਚਾਹ ਹੋਏਗਾ ਉਹ ਦੌੜ ਕੇ ਆਏਗਾ। ਹੁਣ ਕਈ ਵਾਰੀ ਐਸੇ ਸੇਵਾਦਾਰ ਵੀ ਆਉਂਦੇ ਨੇ ਕਿ ਜਦੋਂ ਆਉਂਦੇ ਨੇ ਜ਼ਰੂਰ, ਪਰ ਆ ਕੇ ਉਹਨਾਂ ਨੇ ਇੱਧਰ ਉੱਧਰ ਬੈਠੇ ਰਹਿਣਾ ਹੈ ਕਿਤੇ ਨਾ ਕਿਤੇ, ਤੇ ਬਾਅਦ ਦੇ ਵਿੱਚ ਉਹਨਾਂ ਨੇ ਸੋਚਣਾ ਹੈ ਕਿ ਜਦੋਂ ਬਾਅਦ 'ਚ ਗੱਲ ਹੋਣੀ ਤਾਂ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲਗਾਉਣਾ, ਕਹਿਣਾ ਹੈ ਕਿ ਨਹੀਂ ਜੀ ਬਸ ਆਹ ਚੀਜ਼ ਹੋ ਗਈ ਸੀ, ਇਹ ਚੀਜ਼ ਹੋ ਗਈ ਸੀ, ਇਸ ਕਰਕੇ ਨਹੀਂ ਮੈਂ ਆ ਸਕਿਆ। ਮਤਲਬ ਕਿ ਮਨ ਦੇ ਵਿੱਚ ਕਲੀਅਰ ਹੀ ਨਹੀਂ ਹੋ ਰਿਹਾ ਕਿ ਅਸੀਂ ਕੀ ਕਰਕੇ ਆਏ। ਇਸ ਕਰਕੇ ਉਹਨੇ ਫਰਮਾਇਆ ਕਿ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸਤਿਗੁਰਾਂ ਦੇ ਬਚਨਾਂ ਨੂੰ ਅਸੀਂ ਸਮਝਿਆ ਹੀ ਨਾ, ਉਹਦੇ ਤੇ ਵਿਚਾਰ ਨਾ ਕੀਤੀ, ਤੇ ਇਕੱਲਾ ਇਹੋ ਹੀ ਚੀਜ਼ ਕਿ ਅਸੀਂ ਮੱਥਾ ਟੇਕ ਲਿਆ, ਜਾਂ ਅਸੀਂ ਕਿਸੇ ਜਗ੍ਹਾ ਤੇ, ਚਾਹੇ ਅਸੀਂ ਕਿਸੇ ਜਗ੍ਹਾ ਤੇ ਹੁਣ ਸਤਸੰਗ 'ਚ ਬੈਠਦੇ ਹਾਂ, ਤੇ ਕੀ ਸਤਸੰਗ 'ਚ ਬੈਠ ਕੇ ਇੱਕ ਬੰਦਾ 50 ਸਾਲ ਸਤਸੰਗ 'ਚ ਬੈਠਦਾ ਰਿਹਾ, ਪਰ ਜੇ ਉਹਨੇ ਵਿਚਾਰ ਹੀ ਨਹੀਂ ਕੀਤੀ, ਜੇ ਉਹਨੇ ਕਦੇ ਮੰਨਿਆ ਹੀ ਨਹੀਂ ਉਸ ਸ਼ਬਦ ਵਚਨ ਨੂੰ, ਤੇ ਫਿਰ ਉਹਦੇ ਬੈਠਣ ਦਾ ਵੀ ਕੀ ਫਾਇਦਾ ਹੋਇਆ। ਇੱਥੇ ਆ ਕੇ ਵੀ ਜਾਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਰਹਿ ਕੇ ਵੀ ਜੇ ਅਸੀਂ ਆਪਣੇ ਮਨ ਨੂੰ ਨਾ ਮੋੜਿਆ, ਜੇ ਉਹੀ ਕੰਮ ਅਸੀਂ ਜਿਹੜੇ ਘਰਾਂ 'ਚ ਕਰਦੇ ਹਾਂ ਉਹੀ ਇੱਥੇ ਕਰੀ ਜਾਂਦੇ ਹਾਂ, ਤੇ ਫਿਰ ਅਸੀਂ ਉਹ ਜਿਹੜੀ ਕਹਿੰਦੇ ਹਾਂ ਕਿ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ ਆ, ਤੇ ਬਈ ਇਹ ਧੋਖਾ ਦੇ ਰਹੇ ਹਾਂ ਆਪਣੇ ਆਪ ਨੂੰ ਵੀ ਦੇ ਰਹੇ ਹਾਂ, ਤੇ ਆਪਣੇ ਪਿਛਲਿਆਂ ਨੂੰ ਵੀ ਸਾਰਿਆਂ ਨੂੰ ਧੋਖਾ ਦੇ ਰਹੇ ਹਾਂ। ਇਸ ਕਰਕੇ ਬਾਰ-ਬਾਰ ਮੈਂ ਇੱਕੋ ਬੇਨਤੀ ਕਰਦਾ ਰਹਿੰਦਾ ਕਿ ਨਹੀਂ, ਚਲੋ ਕਿਸੇ ਨੂੰ ਧੋਖਾ ਦਿੱਤਾ ਤਾਂ ਬੰਦਾ ਫਿਰ ਵੀ ਕੋਈ ਗੱਲ, ਪਰ ਜਦੋਂ ਆਪਣੇ ਆਪ ਨੂੰ ਬੰਦਾ ਧੋਖਾ ਦੇਣ ਲੱਗ ਪੈਂਦਾ ਹੈ ਫਿਰ ਵਿਚਾਰ ਨਹੀਂ ਹੁੰਦਾ। ਔਰ ਜਦੋਂ ਸਭ ਤੋਂ ਵੱਡੀ ਚੀਜ਼ ਸੋਚਦਾ ਹੈ ਕਿ ਜਿਸ ਤਰ੍ਹਾਂ ਦੁਨੀਆ ਨੂੰ ਧੋਖਾ ਦਿੰਦਾ ਹੈ, ਤੇ ਸੋਚਦਾ ਹੈ ਕਿ ਮੈਂ ਜਿਹਨੂੰ ਸਤਿਗੁਰ ਕਹਿੰਦਾ, ਜਿਹਨੂੰ ਗੁਰੂ ਕਹਿੰਦਾ, ਉਹਨੂੰ ਵੀ ਧੋਖਾ ਦੇ ਲਾਂਗਾ, ਤੇ ਫਿਰ ਤੇ ਬਚਾ ਹੀ ਨਹੀਂ ਕੋਈ ਕਿਸੇ ਤਰ੍ਹਾਂ। ਠੀਕ ਹੈ, ਉਹ ਸਾਡੇ ਪਰਦੇ ਕੱਜਦੇ ਨੇ, ਉਤਾਰਦੇ ਨੇ, ਪਰ ਐਸਾ ਨਹੀਂ ਕਿ ਕਿਸੇ ਚੀਜ਼ ਦਾ ਪਤਾ ਨਹੀਂ। ਇਸ ਕਰਕੇ ਹਮੇਸ਼ਾ ਮਨ ਦੇ ਵਿੱਚ ਡਰ ਪਿਆ ਹੋਣਾ ਚਾਹੀਦਾ ਹੈ, ਔਰ ਇਹ ਵਿਚਾਰ ਵੀ ਹੋਣਾ ਚਾਹੀਦਾ ਹੈ ਕਿ ਬਈ ਕੋਈ ਫਰਕ ਪਿਆ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਦਰਸ਼ਨ ਕਰਨੇ ਆ, ਅਸੀਂ ਪ੍ਰਸ਼ਾਦ ਲੈਣਾ ਹੈ, ਅਸੀਂ ਸਤਸੰਗ ਸੁਣਨਾ ਹੈ, ਅਸੀਂ ਬਚਨ ਸੁਣਨੇ ਆ, ਤੇ ਇਹ ਜ਼ਰੂਰ ਮਨ 'ਚ ਵਿਚਾਰ ਆਏ ਕਿ ਜਿਹੜੇ ਪਹਿਲੇ ਸੁਣੇ ਕਿੱਥੇ ਗਏ। ਪਹਿਲੇ ਵਾਲੇ ਦਾ ਜ਼ਰੂਰ ਉਸ ਸਮੇਂ ਜੇ ਕੋਈ ਬਦਲਾਵ ਆਇਆ, ਉਹ ਫਰਕ ਆਇਆ, ਤੇ ਫਿਰ ਠੀਕ ਹੈ। ਇਹਦਾ ਮਤਲਬ ਸੱਜੇ ਨਹੀਂ ਹੋ ਰਿਹਾ, ਤੇ ਫਿਰ ਪਹਿਲਾਂ ਉਸ ਚੀਜ਼ ਦੀ ਸਫਾਈ ਕਰੇ, ਉਸ ਚੀਜ਼ ਦਾ ਧਿਆਨ ਕਰੇ ਕਿ ਬਈ ਕੀ ਗੱਲ ਹੈ, ਕਿੱਥੇ ਰੁਕਾਵਟ ਪੈ ਰਹੀ ਹੈ। ਜਿੱਥੇ ਵੀ ਉਹ ਰੁਕਾਵਟ ਹੈ ਉਸ ਚੀਜ਼ ਨੂੰ ਦੂਰ ਕਰੇ, ਤੇ ਫਿਰ ਉਸ ਤੋਂ ਬਾਅਦ ਉਹ ਉਸ ਪਾਸੇ ਆਵੇ। ਹਾਂਜੀ, ਫਿਰ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ।
ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਡਾ ਨਾਮ ਸਿਮਰਨ ਵਾਲੇ ਪਾਸੇ ਧਿਆਨ ਨਹੀਂ ਲੱਗਦਾ, ਸਾਡੇ ਕੋਲ ਬੈਠਾ ਨਹੀਂ ਜਾਂਦਾ ਸਿਮਰਨ 'ਤੇ, ਸਾਡਾ ਮਨ ਜਿਹੜਾ ਹਮੇਸ਼ਾ ਭਟਕਦਾ ਰਹਿੰਦਾ ਹੈ, ਸਾਡਾ ਸਤਿਗੁਰਾਂ ਦੇ ਨਾਲ ਪਿਆਰ ਨਹੀਂ ਬਣਦਾ, ਸਾਡਾ ਸਤਿਗੁਰਾਂ 'ਤੇ ਭਰੋਸਾ ਨਹੀਂ ਬਣਦਾ, ਕਾਰਨ ਕੀ ਹੈ? ਜਦੋਂ ਅਸੀਂ ਉਸ ਚੀਜ਼ ਨੂੰ ਸਮਝਾਂਗੇ, ਬੱਚਾ ਸਕੂਲ 'ਚ ਜਾ ਰਿਹਾ, ਉਹਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੁੰਦਾ, ਪਰ ਜੇ ਉਹ ਪੂਰਾ ਕਲਾਸ ਦੇ ਵਿੱਚ ਧਿਆਨ ਦੇਵੇਗਾ, ਹਰ ਚੀਜ਼ ਵਾਲੇ ਪਾਸੇ ਜੋ ਟੀਚਰ ਕਹਿ ਰਿਹਾ ਉਸੇ ਤਰ੍ਹਾਂ ਉਹਨੂੰ ਚੱਲੇਗਾ, ਤੇ ਹੌਲੀ ਹੌਲੀ ਕਰਦਿਆਂ ਉਹਦਾ ਅਗਿਆਨ ਵਾਲਾ ਅੰਧੇਰਾ ਦੂਰ ਹੁੰਦਾ ਜਾਏਗਾ। ਹਰ ਚੀਜ਼ ਉਹਨੂੰ ਪਤਾ ਲੱਗਦੀ ਜਾਏਗੀ ਕਿ ਟੀਚਰ ਕੀ ਕਹਿ ਰਿਹਾ ਹੈ। ਪਰ ਜੋ ਧਿਆਨ ਨਹੀਂ ਦਿੰਦਾ, ਵਿਚਾਰ ਨਹੀਂ ਕਰੇਗਾ, ਫਿਰ ਕਿਸ ਤਰ੍ਹਾਂ ਗੱਲ ਬਣੇਗੀ? ਜਨਕ ਫਰਮਾਇਆ ਕਿ ਇਸ ਦਾ ਪਿੱਛੇ ਹੋਇਆ ਕਿ ਜਿੱਥੇ ਸ਼ਬਦ ਨਾ ਕਰੇ ਵਿਚਾਰ, ਜਦੋਂ ਤੱਕ ਉਸ ਚੀਜ਼ 'ਤੇ ਵਿਚਾਰ ਨਹੀਂ ਕਰੇਗਾ ਤੇ ਇਹਦੀ ਜਿਹੜੀ ਹਉਮੈ ਵਾਲੀ ਮੈਲ ਕਿਸ ਤਰ੍ਹਾਂ ਜਾਏਗੀ? ਫਰਮਾਇਆ ਕਿ ਹਉਮੈ ਮੈਲ ਨਾ ਚੁੱਕੇ ਹੀ ਨਾਮ ਨਾ ਲੱਗੇ ਪਿਆਰ। ਹਉਮੈ ਤਾਂ ਉਸੇ ਤਰ੍ਹਾਂ ਸਾਬਣ ਜਿਹੜਾ ਕਈ ਵਾਰ ਮੈਂ ਦੱਸਿਆ ਕਿ ਜਿਹੜਾ ਕੱਪੜੇ ਦੇ ਨਾਲ ਲੱਗ ਹੀ ਨਹੀਂ ਰਿਹਾ, ਕੱਪੜੇ ਦੇ ਨਾਲ ਅਸੀਂ ਲਾਉਣਾ ਹੀ ਨਹੀਂ ਚਾਹੁੰਦੇ ਸਾਬਣ ਨੂੰ, ਉਹਨੂੰ ਉੱਪਰ ਹੀ ਕਰੀ ਜਾਂਦੇ ਹਾਂ। ਜਿਸ ਤਰ੍ਹਾਂ ਸਵਾਮੀ ਜੀ ਨੇ ਫਰਮਾਇਆ ਕਿ ਗੁਰੂ ਕੋ ਉੱਪਰ ਗਾਤਾ, ਗੁਰੂ ਕੋ ਦਿਲ ਭੀਤਰ ਨਹੀਂ ਲਾਤਾ। ਜਦੋਂ ਅਸੀਂ ਉਹਨੂੰ ਅੰਦਰ ਲਿਆ ਹੀ ਨਹੀਂ ਰਹੇ, ਅੰਦਰ ਜਾਣ ਨਹੀਂ ਦੇ ਰਹੇ ਗੁਰੂ ਦੇ ਵਚਨ ਨੂੰ, ਅਸੀਂ ਉਸ ਚੀਜ਼ 'ਤੇ ਵਿਚਾਰ ਹੀ ਨਹੀਂ ਕਰ ਪਾ ਰਹੇ, ਤੇ ਫਿਰ ਉਹ ਮੈਲ ਨਹੀਂ ਲੱਗਦੀ, ਫਿਰ ਹਉਮੈ ਤਾਂ ਉਸੇ ਤਰ੍ਹਾਂ ਦੀ ਕਾਇਮ ਰਹਿੰਦੀ ਹੈ। ਜਿਹੜਾ ਗੁਰੂ ਨੇ ਵਚਨ ਫਰਮਾਇਆ ਕਿ ਕਦੀ ਮਿਲਣ ਵਾਸਤੇ ਵੀ ਆਓ, ਜਾਂ ਕਦੀ ਸਤਸੰਗ ਸੁਣਨ ਵਾਸਤੇ ਵੀ ਆਓ, ਤੇ ਮਨ ਦੇ ਨਾਲ ਇੱਕ ਲੜਾਈ ਹੁੰਦੀ ਹੈ। ਕਈ ਵਾਰੀ ਗੁਰਮਤਿ ਦੇ ਬੱਚੇ ਕਿਵੇਂ ਜਦੋਂ ਗੱਲ ਕਰਦੇ ਆ ਕਿ ਜਦੋਂ ਨਾਮ ਲੈ ਕੇ ਬਾਅਦ ਕਹਿੰਦੇ ਆ ਕਿ ਮਨ ਜਿਹੜਾ ਹੈ ਪਤਾ ਨਹੀਂ ਸਿਮਰਨ ਕਰਦਿਆਂ ਕਿੱਧਰ ਨੂੰ ਨਿਕਲ ਜਾਂਦਾ ਹੈ, ਤੇ ਉਹਨੂੰ ਇਹੋ ਕਹਿੰਦਾ ਕਿ ਇਹਦਾ ਕੰਮ ਇਹ ਨਹੀਂ, ਪਰ ਉਹਨੂੰ ਲੈ ਕੇ ਆਓ, ਫਿਰ ਉਸ ਚੀਜ਼ 'ਤੇ ਲੈ ਕੇ ਆਓ। ਪਰ ਜਦੋਂ ਤੱਕ ਅਸੀਂ ਆਪ ਨਹੀਂ ਚਾਹਾਂਗੇ, ਉਦੋਂ ਤੱਕ ਨਹੀਂ ਗੱਲ ਬਣੇਗੀ। ਹੁਣ ਜਿਸ ਤਰ੍ਹਾਂ ਅਸੀਂ ਸਤਸੰਗ ਦੇ ਵਿੱਚ ਬੈਠੇ ਹਾਂ ਤੇ ਬਈ ਮਨ ਨੇ ਤੇ ਆਪਣਾ ਕੰਮ ਕਰਨਾ ਹੈ। ਮਨ ਜਿਹੜੀ ਗੱਲ ਲੈ ਕੇ ਆਇਆ ਹੈ ਕਿ ਮੈਂ ਆਹ ਗੱਲ ਕਰਨ ਜਾ ਰਿਹਾ, ਬਸ ਸਿਰਫ ਉਹ ਤੇ ਗੱਲ ਕਰਨਾ ਹੈ, ਸਤਸੰਗ ਸੁਣ ਥੋੜ੍ਹਾ ਹੈ। ਲੇਕਿਨ ਬਹਾਨਾ ਕੀ ਹੈ, ਜਦ ਦੇਖਣ ਵਾਲਿਆਂ ਨੂੰ ਕੀ ਲੱਗਦਾ ਹੈ ਕਿ ਦੇਖੋ ਜੀ ਸਭ ਸੰਗਤ ਆਈ ਹੈ, ਸਭ ਸਤਸੰਗੀ, ਸਭ ਉਹ ਜਿਹੜੇ ਭਗਤ ਨੇ। ਫਿਰ ਕਈ ਵਾਰੀ ਮਨ 'ਚ ਉਹ ਜਦੋਂ ਭਾਵ ਵੀ ਆਉਂਦਾ ਹੈ ਇਸ ਤਰ੍ਹਾਂ ਦਾ, ਜਦੋਂ ਬਾਕੀਆਂ ਵੱਲ ਦੇਖਦਾ ਯਾਰ ਉਹ ਤਾਂ ਇੰਨੀ ਦੇਰ ਹੋ ਗਈ, ਉਹਦਾ ਤਾਂ ਕੁਛ ਬਣਿਆ ਨਹੀਂ ਹਜੇ, ਉਹਦੇ ਤੇ ਕਰਮ ਨਹੀਂ ਠੀਕ ਹੋਏ, ਜਾਂ ਉਹਦੇ ਤੇ ਜਿਹੜਾ ਸੁਭਾਅ ਨਹੀਂ ਬਦਲਿਆ, ਉਹਦੇ ਜੋ ਕੰਮ ਪਹਿਲਾਂ ਕਰਦਾ ਸੀ ਹੁਣ ਵੀ ਕਰੀ ਜਾ ਰਿਹਾ ਹੈ। ਫਿਰ ਦੂਸਰੇ ਦਾ ਮਨ ਵਿੱਚ ਹੁੰਦਾ ਹੈ ਕਿ ਨਹੀਂ, ਕਿਉਂ ਨਹੀਂ ਗੱਲ ਬਣੀ। ਪਰ ਪਹਿਲਾਂ ਦੱਸਿਆ ਕਿ ਜਿਸ ਤਰ੍ਹਾਂ ਜੇ ਕਲਾਸ ਦੇ ਵਿੱਚ ਬੈਠ ਕੇ ਧਿਆਨ ਦੇਗਾ, ਫਿਰ ਤੇ ਉਹ ਚੀਜ਼ ਦਾ ਹੋਏਗਾ, ਜੇ ਵਿਚਾਰ ਕਰੇਗਾ ਅੱਗੇ ਤੇ ਬਈ ਜ਼ਰੂਰ ਹੋਏਗਾ, ਕਿਉਂ ਨਹੀਂ ਹੋਏਗਾ? ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਾਬਣ ਲੱਗੇ ਕੱਪੜੇ ਦੇ ਨਾਲ ਤੇ ਮੈਲ ਨਾ ਜਾਵੇ? ਲੇਕਿਨ ਕਈ ਵਾਰ ਇਹ ਚੀਜ਼ ਦੇਖੀ ਜਾਂਦੀ ਕਿ ਅਸੀਂ ਉਹ ਵਿਚਾਰ ਜਿਹੜੇ ਸਾਡੇ ਅੰਦਰ ਜਿਹੜੇ ਚੱਲ ਰਹੇ ਹੁੰਦੇ ਨੇ, ਕੁਛ ਹੋਰ ਚੱਲ ਰਹੇ ਹੁੰਦੇ ਨੇ। ਇਸ ਕਰਕੇ ਕਈ ਵਾਰੀ ਮੈਂ ਜਦੋਂ ਪਹਿਲਾਂ ਹੀ ਬੇਨਤੀ ਕਰਦਾ ਕਿ ਸਤਸੰਗ 'ਚ ਬੈਠਣ ਤੋਂ ਪਹਿਲਾਂ ਹੀ ਆਪਣੇ ਜੋ ਵੀ ਵਿਚਾਰਾਂ ਨੂੰ ਬਾਹਰ ਕੱਢਣਾ। ਜਿਸ ਤਰ੍ਹਾਂ ਗੁਰੂ ਨੇ ਫਰਮਾਉਣਾ ਕਿ ਬਈ ਜਦੋਂ ਆਉਂਦੇ ਹੋ ਮੇਰੇ ਕੋਲ ਤੇ ਉਸ ਵੇਲੇ ਆਪਣੇ ਅੱਖਾਂ, ਕੰਨ, ਦਿਮਾਗ ਜਿਹੜਾ ਹੈ ਬਾਹਰ ਰੱਖ ਕੇ, ਕਿਉਂਕਿ ਭਾਂਡਾ ਖਾਲੀ ਕਰਕੇ ਲਿਆਵਾਂਗੇ ਤੇ ਕੁਛ ਪਾ ਕੇ ਲੈ ਕੇ ਜਾਵਾਂਗੇ, ਫਿਰ ਉਹ ਜਿਹੜੀ ਚੀਜ਼ ਲੈ ਕੇ ਜਾਵਾਂਗੇ ਕੁਛ ਆਏਗੀ ਅੰਦਰ ਤੇ ਫਿਰ ਉਹ ਅਸਰ ਵੀ ਕਰੇਗੀ ਆਪਣਾ। ਤੇ ਇਹ ਮਨ 'ਚ ਵਿਸ਼ਵਾਸ ਹੋਵੇ ਕਿ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਸਾਡੇ ਕਹਿਣ ਦੇ ਨਾਲ ਨਹੀਂ। ਜਿਸ ਤਰ੍ਹਾਂ ਅਸੀਂ ਕੋਈ ਵੀ ਬੇਨਤੀਆਂ ਕਰਦੇ ਹਾਂ, ਠੀਕ ਹੈ, ਬੇਨਤੀ ਕਰਨੀ ਕੋਈ ਸਤਿਗੁਰ ਮਨਾ ਨਹੀਂ ਕਰਦੇ, ਪਰ ਉਹ ਬੇਨਤੀ ਕਰਨ ਦੇ ਨਾਲ ਨਾਲ ਜਦੋਂ ਤੱਕ ਅਸੀਂ ਉਹ ਜਿਹੜੀ, ਜਿਸ ਤਰ੍ਹਾਂ ਡਾਕਟਰ ਕੋਲ ਜਾ ਕੇ ਕਹਿੰਦੇ ਡਾਕਟਰ ਸਾਹਿਬ ਮੇਰੇ ਢਿੱਡ ਪੀੜ ਹਟਾ ਦਿਓ, ਹੁਣ ਡਾਕਟਰ ਨੇ ਉਹਨੇ ਕੋਈ ਜਾਦੂ ਥੋੜ੍ਹਾ ਦਾ ਕਰ ਦੇਣਾ, ਉਹਨੇ ਦਵਾਈ ਦੇਣੀ ਹੈ ਤੁਹਾਨੂੰ, ਉਹਨੇ ਕੁਝ ਪਰਹੇਜ਼ ਦੱਸਣਾ ਹੈ ਕਿ ਕਾਕਾ ਆਹ ਕੰਮ ਨਹੀਂ ਕਰਨਾ, ਆਹ ਦਵਾਈ ਟਾਈਮ ਸਿਰ ਖਾਣੀ ਹੈ ਤੇ ਅਸਰ ਹੋਏਗਾ। ਹੁਣ ਅਸੀਂ ਡਾਕਟਰ ਕੋਲ ਜਾ ਕੇ ਉਹ ਤਾਂ ਕਰਨਗੇ, ਲੇਕਿਨ ਦਵਾਈ ਵੱਲ ਧਿਆਨ ਨਹੀਂ ਹੁੰਦਾ, ਨਾ ਉਹਦੇ ਕਦੀ ਸੁਣਨ ਵਾਸਤੇ ਕਿ ਵੀ ਕੀ ਕਹਿ ਕੀ ਰਿਹਾ ਹੈ। ਸਿਰਫ ਇਹੋ ਸੋਚਦੇ ਹਾਂ ਕਿ ਡਾਕਟਰ ਕੋਲ ਜਾ ਰਹੇ ਹਾਂ, ਬਸ ਜੀ ਉਹਨੇ ਤੇ ਜਾਦੂ ਕਰ ਦੇਣਾ ਹੈ, ਬਸ ਹੋ ਜਾਣਾ ਹੈ ਠੀਕ। ਪਰ ਸਤਿਗੁਰਾਂ ਨੇ ਕੋਈ ਓਲਾ ਨਹੀਂ ਰੱਖਦੇ, ਉਹਨਾਂ ਨੇ ਸਾਫ਼ ਹੀ ਵਚਨ ਫਰਮਾ ਦੇ ਕਿ ਜਿੱਥੇ ਮੁਕਤ ਨਾ ਹੋਏ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਇਸੇ ਕਰਕੇ ਸਾਡੇ ਉਹ ਜਿਹੜੀਆਂ ਚੀਜ਼ਾਂ ਖਤਮ ਨਹੀਂ ਹੁੰਦੀਆਂ ਕਦੇ, ਨਹੀਂ ਤੇ ਥੋੜਾ ਹੀ ਭਾਵੇਂ ਜਾਵੇ, ਥੋੜੇ ਹੀ ਉਹ ਵਚਨ ਮੰਨੇ ਜਾਂ ਥੋੜਾ ਵੀ ਚੱਲਣਾ ਸਟਾਰਟ ਕਰਾਂਗੇ ਤੇ ਕਰਦਿਆਂ ਬਈ ਜੀਵਨ ਪਲਟ ਜਾਂਦਾ ਹੈ। ਪਰ ਜੇ ਅਸੀਂ ਉਸ ਚੀਜ਼ ਦਾ ਵਿਚਾਰ ਹੀ ਨਹੀਂ ਕਰਾਂਗੇ
ਕਿ ਸਿਰਫ ਆਪਣੇ ਹੀ ਉਸ ਚੀਜ਼ ਨਾਲ ਚੱਲੀ ਜਾਵਾਂਗੇ ਤੇ ਫਿਰ ਕੋਈ ਨਹੀਂ। ਫਿਰ ਠੀਕ ਹੈ, ਸਤਿਗੁਰੂ ਵੀ ਜਿੰਨਾ ਜਿਸ ਤਰ੍ਹਾਂ ਉਹ ਸਾਰੀ ਉਮਰ ਕੋਈ ਨਹੀਂ ਬੱਚਾ ਚਾਹੁੰਦਾ, ਮਾਂ ਪਿਓ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਸਿਰਫ ਠੀਕ ਹੈ, ਮਾਂ ਪਿਓ ਕੋਲ ਕੋਈ ਐਸਾ ਨਹੀਂ, ਮਾਂ ਪਿਓ ਦਿੰਦਾ ਬੱਚੇ ਨੂੰ, ਜਦੋਂ ਹੋਸ਼ ਵੀ ਨਹੀਂ ਹੁੰਦੀ ਉਦੋਂ ਤੋਂ ਉਹਨੂੰ ਪਾਲਦਾ ਪੋਸਦਾ, ਉਹਨੂੰ ਵੱਡਿਆਂ ਕਰਦਾ, ਉਹਨੂੰ ਪੜ੍ਹਾਈਆਂ ਲਿਖਾਈਆਂ, ਉਹਦੇ ਕੱਪੜੇ, ਉਹਦੀ ਹਰ ਚੀਜ਼ ਦਾ ਖਿਆਲ ਰੱਖਦਾ ਹੈ। ਪਰ ਮਨ ਦੇ ਵਿੱਚ ਉਹਦੇ ਜ਼ਰੂਰ ਹੁੰਦਾ ਹੈ ਕਿ ਬਈ ਇਹ ਆਪਣੇ ਪੈਰਾਂ 'ਤੇ ਖੜਾ, ਇਹ ਕਾਮਯਾਬ ਹੋਵੇ, ਇਹ ਪੜ੍ਹ ਲਿਖ ਕੇ ਮਤਲਬ ਕੋਈ ਵਿਦਵਾਨ ਬਣੇ ਜਾਂ ਕੋਈ ਅੱਛਾ ਕਾਰੋਬਾਰ ਕਰੇ ਜਿਹੜਾ ਆਪ ਕਮਾਈ ਕਰ ਸਕੇ। ਕਦੀ ਨਹੀਂ ਇਹ ਸੋਚਦਾ ਕਿ ਨਹੀਂ ਜੀ ਮੈਂ ਕਮਾਇਆ ਜਿਹੜਾ ਜਿਸ ਤਰ੍ਹਾਂ ਤੇ ਬਸ ਠੀਕ ਹੈ ਚੱਲ ਰਿਹਾ, ਕਿਉਂਕਿ ਉਦੋਂ ਤੱਕ ਇਹਨੂੰ ਪਤਾ ਹੀ ਨਹੀਂ ਲੱਗਣਾ, ਇਹਨੂੰ ਪਤਾ ਹੀ ਨਹੀਂ ਲੱਗਣਾ ਕਿਸੇ ਚੀਜ਼ ਦਾ, ਦੁਨੀਆਦਾਰੀ ਦਾ ਕਿਸੇ ਚੀਜ਼ ਦਾ, ਜਦੋਂ ਤੱਕ ਇਹ ਆਪ ਨਹੀਂ ਬਾਹਰ ਨਿਕਲੇਗਾ। ਇਸੇ ਤਰ੍ਹਾਂ ਜਦੋਂ ਆਪ ਕਮਾਈ ਕਰੇਗਾ, ਜਦੋਂ ਆਪ ਚੀਜ਼ ਦਾ ਹੋਏਗਾ ਤੇ ਫਿਰ ਕਰਮਾਂ ਤੋਂ ਵੀ ਬਚੇਗਾ, ਫਿਰ ਮਾੜੇ ਕਰਮ ਤੋਂ ਵੀ ਹੋਏਗਾ ਕਿ ਪਤਾ ਹੋਏਗਾ ਕਿ ਮੈਂ ਆਹ ਕੰਮ ਕਰਾਂਗਾ ਤੇ ਬਈ ਮੇਰੀ ਖਰਚੀ ਹੋ ਜਾਣੀ, ਮੈਂ ਜਿਹੜੀ ਕਮਾਈ ਚੀਜ਼ ਖਰਚਾਂਗਾ। ਇਸੇ ਕਰਕੇ ਸਾਡਾ ਕਿਉਂ ਸਾਨੂੰ ਇੱਕ ਇਹੋ ਚੀਜ਼ ਹੁੰਦੀ ਕਿ ਚਲੋ ਕੋਈ ਨਹੀਂ ਕੰਮ ਹੋ ਗਿਆ, ਕੋਈ ਨਹੀਂ, ਕੋਈ ਵੀ ਮਨ ਦੇ ਅੱਗੇ ਲੱਗੇ, ਚੱਲ ਕੋਈ ਨਹੀਂ ਮਾਫੀ ਮੰਗਾਂਗੇ, ਮੱਥਾ ਟੇਕ ਦੇਵਾਂਗੇ, ਕਹਾਂਗੇ ਆਹ ਕਰ ਦੋ ਬਸ ਤੇ ਠੀਕ ਹੋ ਜਾਣਾ। ਪਰ ਨਹੀਂ, ਮਨ 'ਚ ਡਰ ਹੋਣਾ ਚਾਹੀਦਾ ਸੀ। ਜਦੋਂ ਪਤਾ ਹੋਏਗਾ ਕਿ ਆਪ ਜਿਸ ਤਰ੍ਹਾਂ ਹੁਣ ਕੋਈ ਬੱਚੇ ਐਕਸਰਸਾਈਜ਼ ਕਰਦੇ ਨੇ, ਜਦੋਂ ਕੋਈ ਜਿਮ ਕਰਦੇ ਨੇ ਜਾਂ ਕੁਛ ਕਰਦੇ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਚਲੋ ਆਪਣੀ ਡਾਈਟ ਨੂੰ ਵੀ ਸੁਧਾਰਦੇ ਨੇ ਕਿ ਹਾਂ ਮੈਂ ਅੱਛਾ ਖਾਣਾ ਪੀਣਾ, ਮੈਂ ਆਹ ਚੀਜ਼ ਕਰ ਰਿਹਾ ਤੇ ਹੁਣ ਮੈਂ ਇਹਦਾ ਧਿਆਨ ਰੱਖਣਾ ਨਾ। ਜਿਹੜੇ ਨੇ ਜਦੋਂ ਜਿੰਨੀ ਦੇਰ ਨੂੰ ਛੱਡਦੇ ਆ ਉਨੀ ਦੇਰ ਮਨ ਹੋਰ ਜਾਂਦਾ ਰਹਿੰਦਾ, ਚੱਲ ਕੋਈ ਗੱਲ ਨਹੀਂ, ਜਦੋਂ ਸ਼ੁਰੂ ਕਰਾਂਗੇ ਫਿਰ ਦੇਖ ਲਵਾਂਗੇ। ਤੇ ਇਸ ਕਰਕੇ ਮੈਂ ਕਿ ਹਉਮੈ ਮੈਲ ਨਾ ਚੁੱਕੇ ਨਾਮ ਨਾ ਲੱਗੇ ਪਿਆਰ, ਕਿ ਜਦੋਂ ਤੱਕ ਉਸ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ, ਉਹਨਾਂ ਦੇ ਬਚਨਾਂ ਨੂੰ ਮੰਨਾਂਗੇ ਨਹੀਂ, ਧਿਆਨ ਨਹੀਂ ਦੇਵਾਂਗੇ, ਤੇ ਉਦੋਂ ਤੱਕ ਕਹਿੰਦੇ ਕਿ ਜਿਹੜੀ ਹਉਮੈ ਜਿਹੜੀ ਮੈਲ ਆ ਇਹ ਨਹੀਂ ਖਤਮ ਹੋਣੀ। ਪਰ ਜਦੋਂ ਤੱਕ ਹਉਮੈ ਖਤਮ ਨਾ ਹੋਈ ਤੇ ਫਿਰ ਨਾਮ ਨਾਲ ਪਿਆਰ ਕਿੱਦਾਂ ਲੱਗੇਗਾ? ਇਹਨੇ ਨਹੀਂ, ਜਦੋਂ ਤੱਕ ਅੰਦਰ ਕਿਸੇ ਤਰ੍ਹਾਂ ਦੇ ਵੀ ਹਉਮੈ ਆ ਉਹਨੇ ਉਧਰ ਦੇ ਬੰਨੇ ਚੱਲਣ ਨਹੀਂ ਦੇਣਾ। ਇਸੇ ਕਰਕੇ ਸਾਨੂੰ ਫਰਮਾਇਆ ਕਿ ਪ੍ਰਭ ਜੀ ਹੰਕਾਰ ਨਾ ਪਾਇੰਦਾ, ਕਹਿੰਦੇ ਉਹਨਾਂ ਨੂੰ ਹੰਕਾਰ ਕਹਿ ਲਈਏ, ਹਉਮੈ ਕਹਿ ਲਈਏ, ਨਹੀਂ ਪਾਉਂਦੀ, ਕਿਉਂਕਿ ਇਹਨੇ ਟਿਕਣ ਨਹੀਂ ਦੇਣਾ, ਇਹਨੇ ਚੱਲਣ ਨਹੀਂ ਦੇਣਾ, ਇਹਨੇ ਗੁਰੂ ਦਾ ਵਚਨ ਮੰਨਣ ਨਹੀਂ ਦੇਣਾ, ਇਹਨੇ ਉਹ ਜਿਹੜਾ ਅਦਬ ਹੈ ਹੋਣ ਨਹੀਂ ਦੇਣਾ। ਜਿਹੜਾ ਬੱਚੇ ਦੇ ਵਿੱਚ ਇੱਕ ਭੋਲਾਪਨ ਹੁੰਦਾ ਹੈ, ਜਿਹੜੀ ਉਹ ਚੀਜ਼ ਹੁੰਦੀ ਹੈ, ਉਹ ਇਹਨੇ ਹਉਮੈ ਨੇ ਆਉਣ ਨਹੀਂ ਦੇਣੀ। ਇਸ ਕਰਕੇ ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ। ਤੇ ਜਦੋਂ ਤੱਕ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਮੰਨਾਂਗੇ ਨਹੀਂ, ਉਹਨਾਂ ਤੇ ਚੱਲਾਂਗੇ ਨਹੀਂ, ਉਸ ਦੇ ਹਿਸਾਬ ਨਾਲ ਆਪਣਾ ਜੀਵਨ ਨਹੀਂ ਬਣਾਵਾਂਗੇ, ਉਦੋਂ ਤੱਕ ਹਉਮੈ ਨਹੀਂ ਜਾਣੀ। ਉਹਨੇ ਸਾਫ਼ ਫਰਮਾਤਾ ਕਿ ਜਦੋਂ ਤੱਕ ਹਉਮੈ ਨਹੀਂ ਜਾਏਗੀ ਉਦੋਂ ਤੱਕ ਉਸ ਨਾਮ ਦੇ ਨਾਲ ਪਿਆਰ ਨਹੀਂ ਲੱਗਣਾ। ਹਾਂਜੀ, ਨਾਮ ਨਾ ਲੱਗੇ ਪਿਆਰ, ਇੱਕ ਆਪੇ ਬਖਸ਼ ਮਿਲਾਏ ਅਨ, ਦੁਬਦਾ ਤਜ ਸਤਿਗੁਰ ਇਹ ਨਹੀਂ ਕਿ ਦਇਆ ਕਰਦੇ ਨਹੀਂ, ਕਿਰਪਾ ਕਰਦੇ ਆ, ਪਰ ਦਇਆ ਕਿਰਪਾ ਕਿਹਨਾਂ ਦੀ ਹੁੰਦੀ ਹੈ? ਕਿਉਂਕਿ ਅਸੀਂ ਮਨ 'ਚ ਇਹੋ ਹੀ ਰਹਿੰਦਾ, ਜਦੋਂ ਕੋਈ ਗੱਲ ਹੁੰਦੀ ਹੈ ਕਹਿੰਦੇ ਆ ਦੇਖੋ ਜੀ ਸਤਿਗੁਰ ਹੀ ਕਿਰਪਾ ਕਰਨ ਗੱਲ ਬਣੇਗੀ, ਸਤਿਗੁਰ ਹੀ ਦਇਆ ਕਰਨ ਗੱਲ ਬਣੇਗੀ। ਤੇ ਸਤਿਗੁਰ ਨੇ ਸਾਫ਼ ਫਰਮਾਇਆ ਸੀ ਕਿ ਕਿਹੜੀ ਮਾਂ ਚਾਹੁੰਦੀ ਹੈ ਕਿ ਬੱਚੇ ਨੂੰ ਭੁਆ ਕੇ ਪਰੇ ਸੁੱਟ ਦੇਵੇ? ਕੋਈ ਨਹੀਂ ਚਾਹੁੰਦੀ। ਪਰ ਸਤਿਗੁਰ ਨੇ ਫਰਮਾਉਣਾ ਕਿ ਬਈ ਮਾਂ ਤੇ ਚਾਹੁੰਦੀ ਹੈ ਕਿ ਇਹਨੂੰ ਘੁੱਟ ਕੇ ਗਾਨਾ ਲਾ ਲੇ, ਇਹਨੂੰ ਗੋਦ 'ਚ ਚੁੱਕ ਲਵੇ। ਪਰ ਜਦੋਂ ਇਹ ਕੋਈ ਐਸਾ ਕੰਮ ਕਰਦਾ ਜਿਸ ਤਰ੍ਹਾਂ ਸਤਿਗੁਰ ਨੇ ਫਰਮਾਇਆ ਕਿ ਇਹਨੇ ਖੰਜਰ ਫੜਿਆ, ਇਹਦੇ ਛਾਤੀ 'ਚ ਕਰ ਦਿੰਦਾ ਹੈ, ਤੇ ਫਿਰ ਭਾਵੇਂ ਹੁੰਦਾ ਆਪਣਾ ਉਹਨੂੰ ਸੁੱਟਣਾ ਪੈਂਦਾ ਹੈ। ਹੋਰ ਕੀ ਹੈ? ਸਤਿਗੁਰਾਂ ਨੂੰ ਵੀ ਇੱਕ ਹੋਰ ਗੱਲ, ਜਦੋਂ ਅਸੀਂ ਕਹਿੰਦੇ ਹੁਣ ਮਾਂ ਪਿਓ ਨੂੰ ਦੁੱਖ ਕਾਹਦਾ ਹੁੰਦਾ ਹੈ? ਇਸੇ ਚੀਜ਼ ਦਾ ਹੀ ਕਿ ਉਹਨਾਂ ਦੇ ਵਾਸਤੇ ਉਹ ਬੜੀ ਹੁੰਦੀ ਕਿ ਜਦੋਂ ਅਸੀਂ ਉਹਨਾਂ ਦਾ ਵਚਨ ਨਹੀਂ ਮੰਨਦੇ, ਸਭ ਕੁਝ ਉਹ ਪਾਲਦੇ ਪੋਸਦੇ ਸਭ ਕੁਝ ਕਰਦੇ ਨੇ, ਜਦੋਂ ਅਸੀਂ ਉਹਨਾਂ ਦਾ ਵਚਨ ਨਹੀਂ ਮੰਨਦੇ ਤੇ ਉਹ ਖੰਜਰ ਵਾਲੀ ਸਥਿਤੀ ਆ ਜਾਂਦੀ ਹੈ। ਤੇ ਉਹਨੇ ਫਰਮਾਇਆ ਕਿ ਇੱਕ ਆਪੇ ਬਖਸ਼ ਮਿਲਾਇਨ ਦੁਬਦਾ ਤਜ ਵਿਕਾਰ। ਹੁਣ ਇੱਕ ਨੂੰ ਕਿਸ ਤਰ੍ਹਾਂ ਮਨਾਉਂਦੇ, ਕਿਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਜਦੋਂ
ਪਿਆਰ ਆਏਗਾ, ਸ਼ਬਦ ਦੀ ਵਿਚਾਰ ਆਏਗੀ, ਤੇ ਫਿਰ ਜਿਹੜੀ ਹੈ ਜਦੋਂ ਪਤਾ ਚੱਲ ਗਿਆ, ਨਾਮ ਨਾਲ ਪਿਆਰ ਹੋ ਗਿਆ, ਪਤਾ ਚੱਲ ਗਿਆ ਕਿ ਸਤਿਗੁਰ ਕੀ ਤਾਕਤ ਨੇ, ਕੀ ਉਹਨਾਂ ਦਾ ਸਰੂਪ ਹੈ, ਕਿ ਉਹਦੇ ਦਰਸ਼ਨ ਹੋ ਗਏ, ਤੇ ਫਿਰ ਦੁਬਿਧਾ ਮਨ ਚੋਂ ਨਿਕਲ ਜਾਏਗੀ। ਮੰਨਦੇ ਕਿਉਂ ਨਹੀਂ ਹੈ? ਕਿਉਂਕਿ ਜਿਹੜਾ ਜਦੋਂ ਤੱਕ ਉਹ ਪਿਆਰ ਨਹੀਂ ਬਣੇਗਾ, ਭਰੋਸਾ ਕਿਸ ਤਰ੍ਹਾਂ ਆਏਗਾ? ਜਦੋਂ ਤੱਕ ਭਰੋਸਾ ਨਹੀਂ ਆਏਗਾ, ਅਸੀਂ ਚੱਲਾਂਗੇ ਕਿਸ ਤਰ੍ਹਾਂ? ਉਦੋਂ ਤੱਕ ਤਾਂ ਕੋਈ ਨਾ ਕੋਈ ਮਨ 'ਚ ਕੋਈ ਕਰ ਰਹਿਣੇ, ਕਦੀ ਅੱਗੇ ਕਦੀ ਪਿੱਛੇ। ਜੇ ਕੋਈ ਥੋੜ੍ਹਾ ਜਿਹਾ ਸਾਡੇ ਮਨ ਦੀ ਗੱਲ ਮੰਨੀ ਗਈ, ਫਿਰ ਅਸੀਂ ਖੁਸ਼, ਫਿਰ ਅਸੀਂ ਬੜੇ ਗੁਰੂ ਦੀ ਸ਼ੋਭਾ। ਜੇ ਸਾਡਾ ਕੋਈ ਨਾ ਮੰਨਿਆ ਗਿਆ, ਜੇ ਉਹਨਾਂ ਨਾ ਇਸ ਚੀਜ਼ ਦੀ ਪਰਵਾਹ ਕੀਤੀ, ਫਿਰ ਮਨ ਦੇ ਵਿੱਚ ਦੁਬਿਧਾ, ਫਿਰ ਅਸੀਂ ਪਛਾਣ ਨੂੰ ਨਹੀਂ ਇਸ ਤਰ੍ਹਾਂ ਨਹੀਂ, ਉਸ ਤਰ੍ਹਾਂ ਨਹੀਂ, ਮੈਂ ਤਾਂ ਆਹ ਸੋਚਿਆ ਕਿ ਇਹ ਮੇਰੀ ਮਨ ਦੀ ਜਾਣੀ ਨਹੀਂ, ਇਸ ਤਰ੍ਹਾਂ ਕਿਉਂ ਨਹੀਂ ਕੀਤਾ, ਉਸ ਤਰ੍ਹਾਂ ਕਿਉਂ ਨਹੀਂ ਕੀਤਾ। ਫਿਰ ਇਹਦਾ ਜਿਹੜਾ ਕਦੀ ਪਛਾਣ ਨੂੰ ਜਿਹੜਾ ਅੱਗੇ ਨੂੰ ਕਦਮ ਇੱਕ ਪੁੱਟਿਆ ਹੁੰਦਾ ਹੈ, ਚਾਰ ਮਗਰ ਕਰ ਲੈਂਦਾ। ਉਹ ਸਫ਼ਰ ਕਿਸ ਤਰ੍ਹਾਂ ਮੁੱਕੇਗਾ? ਕਦੀ ਵੀ ਨਹੀਂ ਮੁੱਕਦਾ। ਤੁਹਾਨੂੰ ਮੈਂ ਕਿ ਜਦੋਂ ਤੱਕ ਉਹ ਨਾਮ ਨਾਲ ਪਿਆਰ ਨਹੀਂ ਲੱਗਾ, ਉਹ ਹਉਮੈ ਮੈਲ ਨਹੀਂ ਚੁੱਕੀ, ਫਿਰ ਉਦੋਂ ਤੱਕ ਦੁਬਿਧਾ ਨਹੀਂ ਜਾਏਗੀ। ਤੇ ਫਿਰ ਉਹਦੇ ਜਿਨ੍ਹਾਂ ਦੀ ਦੁਬਿਧਾ ਚਲੀ ਗਈ, ਜਿਨ੍ਹਾਂ ਦੀ ਦੁਬਿਧਾ ਨਿਕਲ ਜਾਂਦੀ ਹੈ, ਉਹਨਾਂ ਨੂੰ ਸਤਿਗੁਰ ਨੇ ਫਰਮਾਇਆ ਕਿ ਇੱਕ ਆਪੇ ਬਖਸ਼ਣ ਹੈ, ਉਹਨਾਂ ਨੂੰ ਆਪੇ ਹੀ ਦਇਆ ਕਰਕੇ। ਜਿਨ੍ਹਾਂ ਦੀ ਦੁਬਿਧਾ ਨਿਕਲ ਜਾਂਦੀ ਹੈ, ਮਨ 'ਚ ਆ ਜਾਂਦਾ ਹੈ ਕਿ ਨਹੀਂ ਅਸੀਂ ਹੁਣ ਮੰਨਣਾ ਹੈ। ਇਹ ਨਹੀਂ, ਸਿਆਣਪ ਵਾਲੀ ਚੀਜ਼ ਨਿਕਲ ਜਾਂਦੀ, ਦੁਬਿਧਾ ਨਿਕਲ ਗਈ ਹੈ, ਤੇ ਬਸ ਇੱਕੋ ਹੀ ਭਰੋਸਾ ਹੈ, ਇੱਕੋ ਹੀ ਭਾਵ ਹੈ, ਤੇ ਕੋਈ ਕਿਸੇ ਵੇਲੇ ਔਗਣ ਹੋ ਵੀ ਜਾਂਦਾ, ਉਹਨੂੰ ਬਖਸ਼ ਦਿੰਦੇ ਨੇ। ਕਿਸੇ ਵੇਲੇ ਕੋਈ ਅਣਜਾਣੇ ਦੇ ਵਿੱਚ ਕੋਈ ਗੱਲ ਹੋ ਜਾਂਦੀ, ਉਹਨੂੰ ਬਖਸ਼ ਕੇ ਤੇ ਉਹਨੂੰ ਆਪਣੇ ਨਾਲ ਮਿਲਾ ਦਿੰਦੇ। ਉਦੋਂ ਤੱਕ ਨਹੀਂ, ਜਦੋਂ ਤੱਕ ਦੁਬਿਧਾ ਚੱਲਦੀ ਰਹਿੰਦੀ ਮਨ ਦੇ ਵਿੱਚ, ਉਦੋਂ ਤੱਕ ਨਹੀਂ ਉਹਦੀ ਗੱਲ ਬਣਦੀ ਹੈ। ਹਾਂਜੀ ਹਾਂਜੀ। ਇੱਕ ਆਪੇ ਬਖਸ਼ ਮਿਲਾਏ ਅਨ, ਦੁਬਿਧਾ ਤਜ ਵਿਕਾਰ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਹੁਣ ਜਿਸ ਤਰ੍ਹਾਂ ਸਤਿਗੁਰ ਨੇ ਵਚਨ ਫਰਮਾਏ ਕਿ ਦੁਬਿਧਾ ਜਦੋਂ ਦੂਰ ਹੋ ਗਈ, ਸਤਿਗੁਰਾਂ ਦੇ ਵਚਨ ਤੇ ਭਰੋਸਾ ਹੋ ਗਿਆ, ਵਿਸ਼ਵਾਸ ਹੋ ਗਿਆ, ਕੋਈ ਫਿਰ ਇਹ ਨਹੀਂ ਕਿ ਭਾਵੇਂ ਵਚਨ ਮੰਨਣ ਚਾਹੇ ਨਾ ਹੋਵੇ, ਪਰ ਮਨ 'ਚ ਇਹ ਵਿਚਾਰ ਨਹੀਂ ਕਿ ਹੋਰ ਕੁਝ ਦੇਖਾਂਗੇ ਜਾਂ ਹੋਰ ਕੋਈ ਸਾਨੂੰ ਹੁਣ ਕੋਈ ਲਗਾਉਣ। ਮਨ ਦੇ ਵਿੱਚ ਕੋਈ ਕਿ ਵੀ ਠੀਕ ਹੈ, ਜੋ ਵਚਨ ਹੋ ਗਿਆ ਹੈ, ਭਾਵੇਂ ਜਿਸ ਤਰ੍ਹਾਂ ਮਰਜ਼ੀ ਹੋਵੇ, ਮੈਂ ਇਹਨੂੰ ਮੰਨਣਾ, ਮੈਂ ਇਹਦੇ ਤੇ ਹੀ ਚੱਲਣਾ। ਐਸੇ ਜਦੋਂ ਉਹ ਵਿਚਾਰ ਬੰਦ ਐਸਾ ਹੁੰਦਾ ਹੈ, ਤੇ ਫਿਰ ਸਤਿਗੁਰਾਂ ਦੀ ਦਇਆ ਕਿਰਪਾ ਹੁੰਦੀ ਹੈ। ਫਿਰ ਉਹ ਅਸਲੀ ਜਿਹੜਾ ਵਚਨ ਆਇਆ ਸੀ ਉਹਨਾਂ ਨੇ, ਕਿ ਜਿਹੜਾ ਦਰਸ਼ਨ ਦਾ ਫਿਰ ਪਤਾ ਚੱਲਦਾ ਹੈ। ਫਰਮਾਇਆ ਕਿ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ। ਐਸਾ ਫਿਰ ਦਰਸ਼ਨ ਕਿ ਜਿਸ ਤਰ੍ਹਾਂ ਦੂਸਰੇ ਪਾਤਸ਼ਾਹੀ ਜਦੋਂ ਪਹਿਲੇ ਪਾਤਸ਼ਾਹੀ ਦੇ ਦਰਸ਼ਨ ਕੀਤੇ, ਤੇ ਫਿਰ ਬਸ ਸਭ ਕੁਝ ਖਤਮ, ਕੋਈ ਸਿਆਣਪ ਨਹੀਂ, ਕੋਈ ਪਿਛਲਾ ਤਪੱਸਿਆ ਨਹੀਂ, ਕੁਛ ਨਹੀਂ। ਫਿਰ ਜੋ ਉਹਨਾਂ ਨੇ ਵਚਨ ਫਰਮਾਏ, ਉਹਨਾਂ ਦੇ ਉੱਤੇ ਆਪਣਾ ਜੀਵਨ ਜਿਹੜਾ ਸੀ ਸਾਰਾ ਕੁਰਬਾਨ ਕਰ ਦਿੱਤਾ। ਫਿਰ ਆਪਣਾ ਆਪਾ ਨਹੀਂ ਅੱਗੇ ਪੇਸ਼ ਕੀਤਾ, ਆਪਾ ਜਿਹੜਾ ਸੀ ਮਾਰ ਦਿੱਤਾ, ਉਸੇ ਖਤਮ ਕਰ ਦਿੱਤਾ। ਉਹਨਾਂ ਕਿ ਨਾਨਕ ਇੱਕ ਦਰਸ਼ਨ ਦੇ, ਜਦੋਂ ਇੱਕ ਦਰਸ਼ਨ ਇੱਕ ਵਾਰੀ ਕਰ ਲਏ, ਤੇ ਫਿਰ ਮਨ ਦੇ ਵਿੱਚੋਂ ਸਾਰੇ ਵਿਕਾਰ ਬਾਹਰ ਕੱਢ ਕੇ ਰੱਖ ਦਿੱਤੇ। ਕੋਈ ਆਪਾ ਨਹੀਂ, ਕੋਈ ਕੁਛ ਨਹੀਂ। ਫਿਰ ਇੱਕੋ ਹੀ ਦਰਸ਼ਨ ਜਿਨ੍ਹਾਂ ਦੇ ਕਰ ਲਏ, ਜਿਸ ਰਸਤੇ ਤੇ ਚੱਲ ਪਏ, ਫਿਰ ਉਹ ਭਾਵੇਂ ਕਹਿਣ ਕਿ ਸਿਰ ਵੱਢ ਕੇ ਰੱਖ ਦੇ, ਤੇ ਫਿਰ ਰੱਖ ਦਿੱਤਾ ਬਸ। ਫਿਰ ਆਪਣਾ ਮਨ ਨਹੀਂ ਪੇਸ਼ ਕੀਤਾ, ਮਨ ਨੂੰ ਮਾਰ ਦਿੱਤਾ, ਉਹਨੂੰ ਇੱਕ ਸਾਈਡ ਤੇ ਰੱਖ ਦਿੱਤਾ। ਫਿਰ ਕਹਿੰਦੇ ਸਤਿਗੁਰ ਹੇਤ ਪਿਆਰ। ਫਿਰ ਉਹਨਾਂ ਨੂੰ ਸਤਿਗੁਰਾਂ ਦੇ ਨਾਲ ਉਹ ਪਿਆਰ ਹੁੰਦਾ ਹੈ, ਤੇ ਸਤਿਗੁਰ ਵੀ ਦਇਆ ਕਰਕੇ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਲੈ ਦਿੰਦੇ। ਫਿਰ ਉਹਨਾਂ ਦੇ ਕੋਈ ਕਰਮ ਨਹੀਂ, ਕੋਈ ਕੁਛ ਵੀ, ਕੋਈ ਔਗਣ ਨਹੀਂ, ਕਿਉਂਕਿ ਫਿਰ ਹੋਣਾ ਹੀ ਉਹੀ ਹੈ ਜੋ ਗੁਰੂ ਕਹਿ ਰਹੇ। ਜਦੋਂ ਗੁਰੂ ਦੀ ਸੇਵਾ ਦੇ ਵਿੱਚ ਹੀ ਆ ਗਏ, ਤੇ ਸੇਵਾ ਦੇ ਆਗ ਵਿੱਚ ਆ ਕੇ ਫਿਰ ਇਹਦੇ 'ਚ ਕੋਈ ਦੂਸਰੇ ਕਰਮ ਕਿਸ ਤਰ੍ਹਾਂ ਰਹਿ ਸਕਦਾ? ਫਿਰ ਤੇ ਜਦੋਂ ਇਹ ਕਰੇਗਾ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਕੰਮ ਕਰੇਗਾ, ਤੇ ਫਿਰ ਵੀ ਇਹਦੇ ਕਿਸ ਤਰ੍ਹਾਂ ਕੋਈ ਮਾੜੇ ਕਰਮ ਆਉਣਗੇ? ਪਰ ਅਸੀਂ ਮਾੜੇ ਕਰਮ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਸਤਿਗੁਰਾਂ ਦੇ ਪਾਸ ਆ ਕੇ ਵੀ ਸਤਿਗੁਰਾਂ ਦੇ ਉਹ ਵਚਨਾਂ ਨੂੰ ਮੰਨਦੇ ਨਹੀਂ, ਉਹਨਾਂ ਦੇ ਵਿਚਾਰ ਨਹੀਂ ਕਰਦੇ। ਰਹਿੰਦੇ ਜ਼ਰੂਰ ਆ, ਮੱਥੇ ਜ਼ਰੂਰ ਟੇਕਦੇ ਆ, ਸਭ ਕੁਝ ਕਰਦੇ ਆ, ਪਰ ਆਪਣੇ ਮਨ ਦੀ ਜਿਹੜੀ ਚਾਲ ਹੈ ਉਹਨੂੰ ਵੀ ਇੱਕ ਵੱਖਰੀ ਚਲਾਈ ਜਾਂਦੇ।
ਇਸ ਕਰਕੇ ਉਹ ਜਿਹੜਾ ਪੈਂਡਾ ਜਿਹੜਾ ਘਟਦਾ ਨਹੀਂ ਹੈ, ਇਸ ਕਰਕੇ ਉਹ ਗੱਲ ਨਹੀਂ ਬਣਦੀ। ਤੇ ਸਤਿਗੁਰਾਂ ਦੇ ਵਚਨ ਬਹੁਤ ਪਿਆਰਾ ਬਣਾਇਆ ਕਿ ਸਤਿਗੁਰ ਨੂੰ ਸਭ ਕੋਈ ਵੇਖਦਾ, ਕੱਲਾ ਇੰਨਾ ਮਾਣ ਨਾ ਕਰੀਏ। ਹਾਂ, ਉਹ ਮਾਣ ਜਿਹੜਾ ਸਤਿਗੁਰਾਂ ਨੇ ਫਰਮਾਇਆ ਸੀ ਕਿ ਉਹ ਹਾਂ ਜਿਵੇਂ ਆਪਣਾ ਸਭ ਕੁਝ ਅਸੀਂ ਕੁਰਬਾਨ ਕਰ ਦਿੱਤਾ ਹੈ, ਕੋਈ ਦਿਮਾਗ ਬੁੱਧ ਕੰਮ ਨਹੀਂ ਕਰ ਰਹੀ ਜਿਸ ਤਰ੍ਹਾਂ ਦਾ ਇਹ, ਤੇ ਬਈ ਸਤਿਗੁਰਾਂ ਦੀ ਫਿਰ ਤਿਆਗ ਕਰਕੇ ਉਹਨਾਂ ਦੇ ਬਚਨ ਦੇ ਕਮ ਸੇ ਕਮ ਯਾਦ ਰਹਿਣ। ਝੂਠੀ ਗੱਲ ਨਹੀਂ ਬਣੇਗੀ, ਝੂਠਿਆ ਨਹੀਂ ਗੱਲ ਹੋਣੀ। ਕਿ ਉਹ ਪਰਦਾ ਜਿਹੜਾ ਵਾ ਉਹ ਜਿਹੜਾ ਉਗੜ ਜਾਣਾ, ਉਹ ਨਹੀਂ ਪਰਦਾ ਬਣਿਆ। ਜੇ ਸੱਚਾ ਹੋਏਗਾ ਤੇ ਫਿਰ ਸਤਿਗੁਰਾਂ ਦੀ ਦਇਆ ਕਿਰਪਾ ਜਿਹੜੀ ਮਿਲਦੀ ਰਹੇਗੀ। ਸਤਿਗੁਰ ਕਿਰਪਾ ਕਰਨ, ਸਭ ਨੂੰ ਆਪਣਾ ਸੱਚਾ ਭਾਵ ਭਰੋਸਾ ਬਖਸ਼ਣ, ਸੱਚਾ ਪਿਆਰ ਬਖਸ਼ਣ, ਤਾਂ ਜੋ ਸਾਨੂੰ ਉਹਨਾਂ ਦੇ ਬਚਨਾਂ ਦੀ ਸਮਝ ਲੱਗ ਸਕੇ। ਜਦ ਜਿਸ ਤਰ੍ਹਾਂ ਦੇ ਉਹਨਾਂ ਦੇ ਬਚਨ ਅਸੀਂ ਸੁਣਦੇ ਹਾਂ, ਉਹਨਾਂ ਦੀ ਬਾਣੀ ਸੁਣਦੇ ਹਾਂ, ਉਹਨੂੰ ਸਮਝ ਕੇ ਉੱਤੇ ਵਿਚਾਰ ਕਰਕੇ ਅਸੀਂ ਆਪਣਾ ਜੀਵਨ ਜਿਹੜਾ ਬਦਲ ਸਕੀਏ। ਰਾਧਾ ਸਵਾਮੀ ਜੀ, ਰਾਧਾ।